राम गुसैया जी के जीवना, राम गुसैया जी के जीवना। ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹਾਂ ਹਾਂ ਬੇਟਾ, ਅਸੀਂ ਤਾਂ ਸਾਰੇ ਠੀਕ ਆ। ਬਸ ਤੂੰ ਆਪਣਾ ਖਿਆਲ ਰੱਖਿਆ ਕਰ। ਹਾਂ ਮੰਮੀ ਮੈਂ ਬੈਠਾ ਨਾ ਤੁਹਾਡੀਆਂ ਟਿਕਟਾਂ ਦੇਖਦਾ ਸੀਗਾ ਤੇ ਮੈਨੂੰ ਦੱਸੋ ਕਿੱਦਣ ਦੀਆਂ ਕਰਾਉਣੀਆਂ, ਡੇਟ ਫਾਈਨਲ ਕਰ ਲਈ ਤੁਸੀਂ? ਨਹੀਂ ਬੇਟਾ, ਬਸ ਤੂੰ ਆਪਣੇ ਸਮਾਨ ਦੀ ਲਿਸਟ ਦੱਸ ਦੇ ਜਿਹੜਾ ਤੂੰ ਮੰਗਾਉਣਾ ਹੈ, ਤਾਂ ਕਿ ਮੈਂ ਤੇਰੇ ਪਾਪਾ ਨਾਲ ਜਾ ਕੇ ਸ਼ਹਿਰੋਂ ਲੈ ਆਵਾਂ। ਮੰਮੀ ਪਾਪਾ ਨੂੰ ਮੈਂ ਫੋਨ ਕੀਤਾ ਸੀ, ਉਹਨਾਂ ਦਾ ਫੋਨ ਬਿਜ਼ੀ ਆਈ ਜਾਂਦਾ। ਕੱਲ ਵੀ ਕੀਤਾ ਸੀ, ਕੱਲ ਵੀ ਬਿਜ਼ੀ ਆਈ ਜਾਂਦਾ। ਮੈਂ ਤਾਂ ਹੀ ਘਰੇ ਲਾਇਆ ਸੀ, ਮੈਂ ਕਿਹਾ ਚੱਲ ਉਹਨਾਂ ਨਾਲ ਗੱਲ ਹੋ ਜੂਗੀ, ਘਰੇ ਹੋਣਗੇ। ਪਾਪਾ ਹੈਗੇ ਕਿੱਥੇ ਨੇ, ਗੱਲ ਕਿਉਂ ਨਹੀਂ ਹੋ ਰਹੀ ਉਹਨਾਂ ਨਾਲ? ਬੇਟਾ ਤੈਨੂੰ ਪਤਾ ਹੀ ਹੈ ਆਪਣੇ ਪਾਪਾ ਦਾ, ਹੁਣ ਮੈਂ ਦੱਸ ਕੀ ਦੱਸਾਂ ਤੈਨੂੰ। ਅੱਛਾ ਇੱਕ ਨਾ ਉਹ ਆਪਣੇ ਓਂਕਾਰ ਅੰਕਲ ਹੀ, ਉਹਨਾਂ ਕੋਲੇ ਮੈਂ ਥੋੜਾ ਸਮਾਨ ਭੇਜਿਆ ਸੀ, ਉਹ ਤੁਹਾਨੂੰ ਫੜਾ ਗਏ? ਓਂਕਾਰ ਅੰਕਲ? ਪਰ ਉਹ ਕਦੋਂ ਆਏ? ਨਹੀਂ ਮੰਮੀ, ਉਹਨਾਂ ਨੂੰ ਤਾਂ ਇੱਥੋਂ ਗਿਆ ਨੂੰ 15-16 ਦਿਨ ਹੋ ਗਏ। ਹੁਣ ਤੱਕ ਤਾਂ ਉਹਨਾਂ ਨੂੰ ਤੁਹਾਨੂੰ ਸਮਾਨ ਫੜਾ ਦੇਣਾ ਚਾਹੀਦਾ ਸੀ। ਪਰ ਬੇਟਾ ਅੱਜ ਤੱਕ ਤਾਂ ਇਹ ਕਦੇ ਹੋਇਆ ਹੀ ਨਹੀਂ। ਜਦੋਂ ਵੀ ਉਹ ਆਉਣ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਨੇ, ਤੇ 15-16 ਦਿਨ ਹੋ ਗਏ ਨਾ ਉਹਨਾਂ ਨੇ ਫੋਨ ਕੀਤਾ ਹੈ ਤੇ ਨਾ ਉਹ ਆਏ ਨੇ। ਉਹ ਮੰਮੀ ਹੋ ਸਕਦਾ ਕਿਸੇ ਰਿਸ਼ਤੇਦਾਰੀ 'ਚ ਰੁਕ ਗਏ ਹੁਣ। ਕੋਈ ਨਾ ਫਿਕਰ ਨਾ ਕਰੋ, ਤੁਸੀਂ ਫੋਨ ਕਰ ਲਿਓ ਆਪ ਹੀ। ਮੈਨੂੰ ਬਸ ਨਾ ਟਿਕਟਾਂ ਬਾਰੇ ਦੱਸ ਦਿਓ, ਮੈਂ ਨਾ ਟਿਕਟਾਂ ਕਰਾ ਦਾਂ। ਫਿਰ ਤੁਹਾਨੂੰ ਪਤਾ ਨੇੜੇ ਲਈਆਂ ਟਿਕਟਾਂ ਮਹਿੰਗੀਆਂ ਆਉਂਦੀਆਂ ਨੇ। ਹਾਂ ਬੇਟਾ, ਜਦੋਂ ਵੀ ਅੱਜ ਉਹ ਆਉਂਦੇ ਨੇ ਮੈਂ ਉਹਨਾਂ ਨਾਲ ਗੱਲ ਕਰਕੇ ਤੈਨੂੰ ਡੇਟ ਕਨਫਰਮ ਕਰਦੀ ਹਾਂ। ਤੂੰ ਬਸ ਆਪਣਾ ਖਿਆਲ ਰੱਖ ਪੁੱਤ, ਠੀਕ ਹੈ? ਚਲੋ ਓਕੇ ਮੰਮੀ, ਦੱਸਿਓ ਫਿਰ ਮੈਨੂੰ, ਹਨਾ? ਬਾਏ, ਗੁੱਡ ਨਾਈਟ। 3-4 ਮਿੰਟ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਆ। ਤੁਸੀਂ ਵਿਚਾਰਾਂ ਸੁਣੀਏ ਔਰ ਮੁੱਦਾ ਤੇ ਮਸਲਾ ਬਿਲਕੁਲ ਸਾਫ਼ ਤੇ ਸਪਸ਼ਟ ਹੈ। ਲੜਾਈ ਸਿੱਧੀ ਤੇ ਸਾਫ਼ ਹੈ ਔਰ ਇਸ ਲੜਾਈ ਨੂੰ ਹੋਰ ਤਿੱਖਾ ਤੇ ਹੋਰ ਆਪਣੇ ਅੰਜਾਮ ਤੱਕ ਲੈ ਕੇ ਜਾਣ ਲਈ ਸਾਨੂੰ ਇਦਾਂ ਸਮੇਂ-ਸਮੇਂ ਤੇ ਕੁਝ ਦਿਨਾਂ ਬਾਅਦ ਇਦਾਂ ਜੁੜ ਕੇ ਬੈਠਣਾ, ਵਿਚਾਰਾਂ ਕਰਨੀਆਂ, ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਆ ਗਈ ਜੀ? ਨਵੀਂ ਤੁਹਾਨੂੰ ਫੋਨ ਕਰੀ ਜਾਂਦਾ ਸੀ, ਤੁਸੀਂ ਫੋਨ ਹੀ ਨਹੀਂ ਚੱਕਿਆ। ਹਰ ਕਿਉਂ ਨੇ ਮੈਨੂੰ ਫੋਨ ਕੀਤਾ ਫਿਰ? ਆ ਲੋ ਜੀ, ਤੁਸੀਂ ਪੀਓ ਚਾਹ। ਲਿਆਓ ਵੀ। ਖਾ ਵੀ ਲਓ ਨਾਲ ਕੁਝ। ਜੀ ਕਰਦਾ ਸੀ ਚਾਹ ਪੀਣ ਨੂੰ ਯਾਰ। ਖਾਦਾ ਨਹੀਂ ਨਾ ਸਵੇਰ ਦਾ ਕੁਛ? ਹੁਣ ਦੱਸ ਕੀ ਕਹਿੰਦਾ ਸੀ ਨਵੀ? ਕਹਿਣਾ ਕੀ ਸੀ? ਸ਼ਿਕਾਇਤ ਕਰਦਾ ਸੀ ਕਿ ਪਾਪਾ ਕੋਲ ਸਾਡੇ ਲਈ ਟਾਈਮ ਹੀ ਹੈ ਨਹੀਂਗਾ। ਜਦੋਂ ਫੋਨ ਕਰੋ ਫੋਨ ਨਹੀਂ ਚੱਕਦੇ ਤੇ ਤੁਸੀਂ ਕਹਿ ਦਿੰਦੇ ਹੋ ਘਰ ਹੈ ਨਹੀਂਗੇ। ਟਾਈਮ ਹੀ ਨਹੀਂ ਸਾਡੇ ਲਈ ਤਾਂ ਉਹਨਾਂ ਕੋਲ। ਕੀ ਕਰਾਂ ਯਾਰ, ਪਹਿਲਾਂ 15 ਦਿਨ ਦਿੱਲੀ ਲਾ ਕੇ ਆਇਆ, ਉੱਥੇ ਤਾਂ ਫੋਨ ਦੀ ਰੇਂਜ ਹੀ ਨਹੀਂ ਹੁੰਦੀ। ਹੁਣ ਜਿੱਦਣ ਦਾ ਦਿੱਲੀ ਤੋਂ ਵਾਪਸ ਆਇਆ, ਕਦੇ ਕਿਸੇ ਟੋਲ ਪਲਾਜ਼ੇ ਤੇ, ਕਦੇ ਕਿਸੇ ਪੈਟਰੋਲ ਪੰਪ ਤੇ, ਕਦੇ ਕਿਸੇ ਰੇਲਵੇ ਸਟੇਸ਼ਨ ਤੇ। ਯਾਰ ਜਾਵਾਂਗੇ, ਲੋਕਾਂ ਨੂੰ ਮੋਬਿਲਾਈਜ਼ ਕਰਾਂਗੇ, ਤਾਂ ਹੀ ਤਾਂ ਲੋਕ ਧਰਨੇ 'ਚ ਜਾਣਗੇ। ਉਹ ਤਾਂ ਹੀ ਤਾਂ ਜ਼ਮੀਨਾਂ ਬਚਣਗੀਆਂ ਆਪਣੀਆਂ। ਨਾ ਇੱਕ ਗੱਲ ਦੱਸੋ, ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਰਿਟਾਇਰਮੈਂਟ ਤੋਂ ਬਾਅਦ ਬੱਚਿਆਂ ਕੋਲ ਰਹਾਂਗੇ, ਤੇ ਹੁਣ ਤੁਸੀਂ ਧਰਨੇ ਤੇ ਤੁਰੇ ਰਹਿੰਦੇ ਹੋ। 2 ਕਿੱਲੇ ਜ਼ਮੀਨ ਰੱਖੀ ਆਪਾਂ ਸਿਰਫ ਕਣਕ ਬੀਜਣ ਲਈ, ਬਾਕੀ ਸਾਰੀ ਠੇਕੇ ਦੀ ਦਿੱਤੀ ਹੋਈ ਹੈ, ਤੇ ਕਿਉਂ ਧਰਨੇ ਤੇ ਮਰਦੇ ਹੋ ਜਾ ਕੇ? ਬਲਜੀਤ, ਇਹ ਇਕੱਲਾ ਜ਼ਮੀਨ ਦਾ ਮਸਲਾ ਨਹੀਂ ਹੈ, ਇਹ ਆਪਣੀ ਹੋਂਦ ਦਾ ਮਸਲਾ ਹੈ। ਤੁਹਾਨੂੰ ਕੱਲਿਆਂ ਨੂੰ ਹੀ ਹੋਣ ਦਾ ਫਿਕਰ ਹੈ। ਜੇ ਮੈਨੂੰ ਇਕੱਲੇ ਨੂੰ ਪਤਾ ਲੱਗ ਗਿਆ ਫਿਰ ਮੈਨੂੰ ਤਾਂ ਤੁਰਨਾ ਹੀ ਚਾਹੀਦਾ ਨਾ। ਨਾਲੇ ਤੂੰ ਫਿਕਰ ਨਾ ਕਰ, ਆ ਦਿੱਲੀ ਵਾਲਾ ਧਰਨਾ ਮੁੱਕ ਲੈਣ ਦੇ, ਫਿਰ ਜਿੰਨੀਆਂ ਮਰਜ਼ੀ ਗੱਲਾਂ ਕਰ ਲਈ ਤੂੰ ਉੱਥੇ ਜਾ ਕੇ ਆਪਣੇ ਪੁੱਤ ਨਾਲ।
ਠੀਕ ਆ। ਨਾਲੇ ਮੈਂ ਤਾਂ ਸੱਚ ਤੈਨੂੰ ਇੱਕ ਗੱਲ ਹੋਰ ਕਹਿਣੀ ਆ, ਮੇਰੇ ਨਾਲ ਚੱਲ ਦਿੱਲੀ ਧਰਨੇ ਤੇ। ਦੇਖ ਤਾਂ ਸਹੀ ਉੱਥੇ ਜਾ ਕੇ, ਉੱਥੇ ਤਾਂ ਨਾ ਬੱਚੇ, ਬੁੱਢੇ, ਔਰਤਾਂ, ਨੌਜਵਾਨ, 80-80 ਸਾਲ ਦੀਆਂ ਬਜ਼ੁਰਗ ਔਰਤਾਂ ਧਰਨੇ 'ਚ ਬੈਠੀਆਂ ਆ ਕੇ। ਮੈਂ ਤਾਂ ਸੱਚ ਕਹਿਣਾ, ਤੇਰਾ ਤਾਂ ਉੱਥੋਂ ਨੂੰ ਜੀ ਨਹੀਂ ਕਰਨਾ। ਤੀਆਂ ਵਾਂਗੂ ਦਿਨ ਲੰਘਣੇ ਤੇਰੇ। ਚੱਲ ਤਾਂ ਸਹੀ ਮੇਰੇ ਨਾਲ। ਬਸ ਕਰੋ ਬਸ, ਹੁਣ ਇਹ ਲੈਕਚਰ ਕਰੋ ਬੰਦ, ਤੇ ਜੇ ਟਾਈਮ ਲੱਗੇ ਨਾ ਤਾਂ ਬੱਚੇ ਨਾਲ ਫੋਨ ਤੇ ਗੱਲ ਕਰ ਲਿਓ। ਚੰਗਾ ਬਾਬਾ, ਬੱਚਿਆਂ ਚੰਗਾ। ਲਈ ਟਾਈਮ ਹੈ ਨੀਗਾ, ਤੇ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ। ਲੈਕਚਰ ਹੀ ਦੱਸਦੀ ਆ ਚੰਗੀਆਂ ਗੱਲਾਂ ਨੂੰ। ਚੱਲ ਕੋਈ ਨਾ, ਰੋਟੀ ਖਵਾ ਦੀ ਅੱਜ, ਗੁੱਸੇ 'ਚ ਕਿਤੇ ਉਹ ਨਾ ਛੱਡਦੀ। ਬਨ ਕੇ ਮੌਤ ਮੋਢਿਆਂ ਉੱਤੇ ਜੋ ਸਪਰੇ ਹਾਂ ਕਰਦਾ ਏ, ਟੀਸੀ ਉੱਤੇ ਰੋਟੀ ਜਿਸ ਦੀ ਪਲ ਪਲ ਸੂਲੀ ਚੜਦਾ ਏ। ਪਰ ਭੁੱਖਾਂ ਤੇ ਦੁੱਖਾਂ ਵਿੱਚ ਮਸ਼ਹੂਰ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ। ਬਲਦੇ ਸੜਦੇ ਪਾਣੀਆਂ ਦੇ ਵਿੱਚ ਇਹੀ ਝੋਨਾ ਲਾਉਂਦਾ ਏ, ਮਾਸ ਖਾਣਿਆਂ ਕੁੱਤਿਆਂ ਨੂੰ ਇਹ ਕੱਟ ਕੇ ਪੇਟ ਖਵਾਉਂਦਾ ਏ। ਉਨਤੀ ਦੇ ਇਸ ਸੋਮੇ ਨੂੰ ਮਜਬੂਰ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ। ਹੱਥੀਂ ਅੱਟਣ ਜਿਸ ਦੇ ਪੈਰਾਂ ਉੱਤੇ ਪਈਆਂ ਬਿਆਈਆਂ ਬਈ, ਆਓ ਰਾਖੀ ਕਰਨੀ ਸਿੱਖੀਏ, ਕਰੀਆਂ ਬਹੁਤ ਕਮਾਈਆਂ ਬਈ। ਮੰਜ਼ਲ ਤੈਨੂੰ ਤੱਕਦੀ ਜਿਸ ਨੂੰ ਦੂਰ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ। ਨਾਗਾਂ ਦੀ ਬਰਮੀ ਦੇ ਉੱਤੇ ਇਹੀ ਪੈੜਾ ਕਰਦਾ ਏ, ਕੁੱਲੀਆਂ ਦੇ ਵਿੱਚ ਰਹਿ ਕੇ ਇਹ ਮਹਿਲਾਂ ਦੀ ਕਾੜਤ ਕੱਢਦਾ ਏ। ਜਿਸ ਹੀਰੇ ਨੂੰ ਚਰਨਾਂ ਵਾਲੀ ਧੂੜ ਆਖਿਆ ਜਾਂਦਾ ਏ, ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ, ਮਜ਼ਦੂਰ ਆਖਿਆ ਜਾਂਦਾ ਏ, ਮਜ਼ਦੂਰ ਆਖਿਆ ਜਾਂਦਾ ਏ। ਉਹ ਆ ਵੀ ਮੰਗਿਆ, ਕਿਵੇਂ ਆ? ਜਮਾਂ ਠੀਕ ਆ ਕੇਵਲਾ, ਤੂੰ ਦੱਸ ਕਿਵੇਂ ਚੱਲਦਾ? ਉਹ ਬਾਈ ਕਮਾਈ ਜਾਂਦੇ ਆ ਚੱਕਰੀ, ਤੂੰ ਦੱਸ ਕਿਵੇਂ ਆਉਣਾ ਹੋਇਆ? ਕੁੜਤਾ ਸਵਾਉਣਾ ਨਵਾਂ। ਕੁੜਤਾ ਕੱਢ ਫਿਰ ਕੱਪੜਾ। ਲੈ ਦੇਖ ਤਾਂ। ਕੀ ਗੱਲ, ਕੋਈ ਵਿਆਹ ਬੂ ਆ ਗਿਆ? ਵਿਆਹ ਤਾਂ ਛੋਟੀ ਜੀ ਚੀਜ਼ ਆ, ਇਹ ਤਾਂ ਉਹ ਤੋਂ ਵੀ ਵੱਡੀ ਗੱਲ ਆ। ਉਹ ਤੋਂ ਵੀ ਵੱਡੀ ਗੱਲ? ਉਹ ਕਿਹੜੀ? ਉਹ ਕੇਵਲਾ, ਸਾਰਾ ਦਿਨ ਦੁਕਾਨ 'ਚ ਹੀ ਵੜਿਆ ਰਹਿਣਾ, ਚੱਕਰੀ ਘਮਾਉਂਦਾ ਰਹਿਣਾ, ਜਿਹੜੀ ਗੱਲ ਦੀ ਚਰਚਾ ਸਾਰੀ ਦੁਨੀਆ 'ਚ ਛਿੜੀ ਹੋਈ ਹੈ ਤੇ ਤੈਨੂੰ ਪਤਾ ਹੀ ਨਹੀਂ। ਉਹ ਭਰਾਵਾ, ਕੰਮਕਾਰ ਤੋਂ ਕਿੱਥੇ ਵੇਲ ਮਿਲਦੀ ਐ? ਚੱਲ ਤੂੰ ਹੀ ਦੱਸ ਦੇ। ਧਰਨੇ ਤੇ ਜਾਣਾ ਦਿੱਲੀ, ਨਵਾਂ ਕੁੜਤਾ ਪਾ ਕੇ। ਉਹ ਤੇਰੇ ਕੋਲ ਗਿੱਠ ਜ਼ਮੀਨ ਨਹੀਂ, ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਉਹ ਜੱਟਾਂ ਜ਼ਿਮੀਦਾਰਾਂ ਦਾ ਰੌਲਾ ਹੈ, ਤੈਂ ਮੈਂ ਕੀ ਲੈਣਾ ਇਹਨਾਂ ਤੋਂ? ਕੇਵਲਾ, ਰੋਟੀ ਤਾਂ ਮੈਂ ਵੀ ਇਸੇ ਜ਼ਮੀਨ ਦੀ ਖਾਨਾ। ਜੇ ਜੱਟਾਂ ਜ਼ਿਮੀਂਦਾਰਾਂ ਕੋਲੇ ਜ਼ਮੀਨ ਨਾ ਬਚੀ ਤਾਂ ਤੇਰੇ ਕੋਲੋਂ ਕਿਹੜਾ ਕੁੜਤੇ ਸਵਾਲੂ? ਤੇ ਮਹਿੰਗਾਈ ਇੰਨੀ ਜ਼ਿਆਦਾ ਹੋ ਜਾਣੀ ਆ ਕੱਪੜੇ ਲੀੜੇ ਖਾਣ ਪੀਣ ਦੀਆਂ ਚੀਜ਼ਾਂ ਤੇਰੇ ਤੇ ਵੀ ਤਾਂ ਅਸਰ ਪਊ ਕਿ ਨਹੀਂ? ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਯਾਰਾ। ਤਾਂ ਫਿਰ ਹੁਣ ਸੋਚ ਲੈ, ਐਂ ਕਰ, ਆ ਕੇ ਮੇਰਾ ਨਾਪ ਲੈ ਤੇ ਨਾਲੇ ਸੋਚ। ਪਰ ਬਾਈ ਬਣ ਕੇ ਪਰਸੋਂ ਨੂੰ ਮੇਰਾ ਕੁੜਤਾ ਦੇ ਦੀ, ਜਾਣਾ ਮੈਂ ਦਿੱਲੀ ਨੂੰ। ਚੱਲ ਆ ਜਾ ਫਿਰ। ਬੇਟਾ ਮੇਰੀ ਤਾਂ ਨਾ ਸਮਝਾ ਸਮਝਾ ਕੇ ਬਸ ਹੋ ਗਈ। ਇੱਕ ਕੰਮ ਕਰ, ਤੂੰ ਹੀ ਕਰ ਆਪਣੇ ਪਾਪਾ ਨਾਲ ਗੱਲ। ਕਿੰਨੀ ਕੁ ਸੁਣਦੇ ਨੇ ਕਿਤੇ ਮੇਰੀ? ਹਾਂਜੀ ਮੰਮੀ, ਮੈਂ ਤੁਹਾਨੂੰ ਕਿੰਨੀ ਵਾਰੀ ਦੱਸਿਆ, ਪਾਪਾ ਨੂੰ ਜਦੋਂ ਮਰਜ਼ੀ ਕਾਲ ਲਾ ਲਓ, ਉਹਨਾਂ ਦੀ ਕਾਲ ਬਿਜ਼ੀ ਆਈ ਜਾਂਦੀ ਰਹਿੰਦੀ ਹੈ ਤੇ ਨਾ ਹੀ ਉਹ ਬੈਕ ਕਾਲ ਕਰਦੇ ਆ।
ਯਾਰ ਤਾਂ ਹੀ ਮੈਂ ਤੁਹਾਨੂੰ ਫੋਨ ਲਾਇਆ। ਮੈਂ ਹੁਣ ਦੱਸ ਕੀ ਕਰਾਂ, ਜੇ ਮੇਰੀ ਸੁਣਨ ਤਾਂ ਹੈ ਨਾ। ਮੈਂ ਤੁਹਾਨੂੰ ਇਹ ਦੱਸਣਾ ਸੀ ਵੀ ਕੋਵਿਡ ਕਰਕੇ ਨਾ ਬਹੁਤ ਸਾਰੀਆਂ ਫਲਾਈਟਾਂ ਕੈਂਸਲ ਹੋ ਗਈਆਂ ਨੇ ਤੇ ਜਿਹੜੀਆਂ 에ਅਰਲਾਈਨਾਂ ਚੱਲਦੀਆਂ ਨੇ ਉਹਨਾਂ ਦੇ ਰੇਟ ਬਹੁਤ ਹਾਈ ਨੇ। ਉੱਤੋਂ ਦੀ ਕਈ ਵਾਰੀ ਕਨਫਰਮ ਕਰਨ ਨੂੰ ਵੀ 2-2 3-3 ਦਿਨ ਲਾ ਦਿੰਦੇ ਆ। ਸੋ ਮੰਮੀ ਪਲੀਜ਼ ਪਾਪਾ ਨਾਲ ਛੇਤੀ ਗੱਲ ਕਰਕੇ ਦੱਸੋ ਤੁਹਾਡੀ ਕਿੱਦਣ ਦੀ ਟਿਕਟ ਕਰਾਵਾਂ, ਮੈਂ ਉਸ ਹਿਸਾਬ ਨਾਲ ਫਿਰ ਫਾਈਨਲ ਕਰੂੰਗਾ। ਮੈਂ ਅੱਜ ਨਾ ਇਹਨਾਂ ਨਾਲ ਦੋ ਟੁਕ ਫੈਸਲਾ ਕਰ ਹੀ ਲੈਣਾ ਵੀ ਇੱਕ ਚੀਜ਼ ਦੱਸਣ ਮੈਨੂੰ ਕਿ ਕਿਸ ਦਿਨ ਜਾਣਾ। ਸਾਫ਼ ਮੈਨੂੰ ਦੱਸ ਦੇਣ ਬਸ। ਹੋ ਮੰਮੀ ਪਿਆਰ ਨਾਲ ਗੱਲ ਕਰਿਓ, ਤੁਹਾਡਾ ਗੁੱਸਾ ਤਾਂ ਹੈ ਹੀ ਬਹੁਤ ਭੈੜਾ। ਚਲੋ ਮੈਂ ਨਾ ਬ੍ਰੇਕ ਤੇ ਸੀਗਾ, ਫਿਰ ਕਾਲ ਕਰੂੰਗਾ। ਓਕੇ ਸਤਿ ਸ਼੍ਰੀ ਅਕਾਲ। ਆ ਜਾ ਮਖਿਆ ਹੁਣ ਆ ਜਾ। ਸੇਬ ਕੱਟਦਾ ਮੈਂ ਤੇਰੇ ਲਈ। ਕਿਉਂ? ਓਹੋ ਤੁਹਾਨੂੰ ਪਰਵਾਹ ਹੈ ਕਿਸੇ ਚੀਜ਼ ਦੀ? ਤੁਸੀਂ ਬਸ ਆਪਣੀ ਲੋਕ ਸੇਵਾ ਕਰੋ। ਯਾਰ ਤੂੰ ਇੰਨੀ ਉਖੜੀ ਉਖੜੀ ਕਾਹਤੋਂ ਬੋਲਦੀ ਅੱਜ? ਇੰਨੀ ਵੱਡੀ ਨਾਰਾਜ਼ਗੀ? ਆ ਤਾਂ ਸਹੀ, ਬੈਠ ਇੱਥੇ ਮੇਰੇ ਕੋਲੇ। ਕਿਹੜੀ ਤੁਸੀਂ ਮੇਰੀ ਗੱਲ ਸੁਣਦੇ ਹੋ? 50 ਵਾਰੀ ਮੈਂ ਤੁਹਾਨੂੰ ਕਹਿ ਚੁੱਕੀ ਹਾਂ ਕਿ ਬੱਚਾ ਹਰ ਵਾਰ ਫੋਨ ਕਰੀ ਜਾ ਰਿਹਾ ਕਿ ਦੱਸੋ ਕਦੋਂ ਆਉਣਾ ਹੈ, ਕਦੋਂ ਦੀ ਟਿਕਟ ਕਰਾਵਾਂ, ਪਰ ਤੁਹਾਡੇ ਕੋਈ ਕੰਨ ਤੇ ਜੂੰ ਸਰਕਦੀ ਆ। ਆ ਜਾ ਕੋਲ। ਬਾਲੀ ਤੱਤੀ ਲੱਗਦੀ ਅੱਜ ਹੈਂ? ਤੂੰ ਕਿਹੜਾ ਮੇਰੀ ਕੋਈ ਗੱਲ ਸੁਣਦੀ ਆ? ਬੈਠ ਤਾਂ ਸਹੀ ਕੋਲ, ਤਾਂ ਹੀ ਦੱਸੂ ਕੋਈ ਗੱਲ। ਦੱਸ ਹੀ ਲਓ ਜਿਹੜਾ ਕੁਝ ਦੱਸਣਾ ਹੈ। ਹਾਂ ਲੋਕ ਸੇਵਾ ਕਰਦਾ ਮੈਂ, ਤੇਰੀ ਸੇਵਾ ਨਹੀਂ ਕਰਦਾ। ਨਾ ਕਿਹੜੀ ਮੇਰੀ ਸੇਵਾ ਕਰਤੀ ਤੁਸੀਂ? ਇੱਕ ਗੱਲ ਮੇਰੀ ਮੰਨਦੇ ਨਹੀਂ ਵੀ ਟਿਕਟਾਂ ਕਰਾ ਲਓ ਉੱਥੇ ਦੀਆਂ ਤੇ ਬੈਠੇ ਤੁਸੀਂ ਆਪਣਾ ਲੱਗੇ ਹੋਏ ਹੋ। ਸਵੇਰੇ ਤੇਰੇ ਕਿਚਨ 'ਚ ਸਾਰੇ ਬਰਤਨ ਸਾਫ਼ ਕੀਤੇ ਆ ਕਿ ਨਹੀਂ ਕੀਤੇ ਆ? ਦੱਸ। ਆ ਖਾ ਪਹਿਲਾਂ। ਬਸ ਉਹ ਖਾ ਲਿਆ ਮੈਂ ਤਾਂ ਜਿੰਨਾ ਖਾਣਾ ਸਹੀ। ਸੀ। ਬਸ ਤੁਸੀਂ ਮੈਨੂੰ ਇੰਨਾ ਦੱਸੋ ਕਿ ਕਦੋਂ ਜਾਣਾ ਹੈ। ਬਲਜੀਤ, ਗੱਲ ਤਾਂ ਤੂੰ ਵੀ ਨਹੀਂ ਮੇਰੀ ਸਮਝਦੀ। ਮੈਂ ਵੀ ਤੈਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ ਜਿੰਨਾ ਚਿਰ ਤੱਕ ਆਪਾਂ ਇਹ ਸੰਘਰਸ਼ ਜਿੱਤ ਨਹੀਂ ਲੈਂਦੇ ਮੈਂ ਕਿਤੇ ਨਹੀਂ ਜਾਣਾ। ਨਾਲੇ ਹੁਣ ਸੰਘਰਸ਼ ਕੱਲਾ ਪੰਜਾਬ ਦਾ ਨਹੀਂ, ਕੱਲਾ ਕਿਸਾਨਾਂ ਦਾ ਨਹੀਂ, ਇਹ ਤਾਂ ਪੂਰੀ ਦੁਨੀਆ 'ਚ ਫੈਲ ਚੁੱਕਿਆ ਹੈ, ਪੂਰੇ ਹਿੰਦੁਸਤਾਨ 'ਚ ਫੈਲ ਚੁੱਕਿਆ ਹੈ। ਗੱਲ ਸੁਣ ਯਾਰ, ਤੂੰ ਇਤਿਹਾਸ ਪੜ੍ਹਿਆ ਕਦੇ? ਲੈ ਚੱਲ ਮੈਂ ਤੈਨੂੰ ਇਤਿਹਾਸ ਦੇ ਵਿੱਚੋਂ ਇੱਕ ਗੱਲ ਦੱਸਦਾ। ਗੁੱਸੇ ਨੂੰ ਠੰਡਾ ਕਰ ਲਈ, ਥੋੜਾ ਜਿਹਾ ਲੈ ਲੈ। ਚੱਲ ਕੋਈ ਨਾ, ਮੈਂ ਖਾ ਲਾਂ। ਇਤਿਹਾਸ ਦੇ ਵਿੱਚ ਨਾ ਸਾਡੀ ਇੱਕ ਪਾਤਰ ਹੈ, ਬੀਬੀ ਗੁਲਾਬ ਕੌਰ। ਉਹ ਸੰਗਰੂਰ ਜ਼ਿਲ੍ਹੇ ਦੇ ਜਖੇਪਲ ਪਿੰਡ 'ਚ ਜੰਮੀ ਪਲੀ ਤੇ ਜਦੋਂ 1912-13 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਾਲ ਪਿਆ ਨਾ, ਭੁੱਖਮਰੀ ਪਈ। ਬਹੁਤ ਸਾਰੇ ਲੋਕ ਹਿੰਦੁਸਤਾਨ ਛੱਡ ਕੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ ਚਲੇ ਗਏ। ਬੀਬੀ ਗੁਲਾਬ ਕੌਰ ਵੀ ਆਪਣੇ ਘਰ ਵਾਲੇ ਨਾਲ ਅਮਰੀਕਾ ਜਾਣ ਲਈ ਰਵਾਨਾ ਹੋ ਗਈ, ਪਰ ਸਿੱਧੇ ਨਹੀਂ ਸੀ ਜਾ ਸਕਦੇ, ਇਸ ਕਰਕੇ ਫਿਲਪਾਈਨ ਰੁਕਣਾ ਪਿਆ। ਫਿਲਪਾਈਨ ਰੁਕੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਵੀ ਭਾਈ ਜਿਹੜੇ ਵੀ ਪੰਜਾਬੀ ਤੇ ਹਿੰਦੁਸਤਾਨੀ ਆ ਨਾ ਇੱਥੇ, ਉਹਨਾਂ ਨੂੰ ਸਾਰਿਆਂ ਨੂੰ ਵਾਪਸ ਹਿੰਦੁਸਤਾਨ ਜਾਣਾ ਚਾਹੀਦਾ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ। ਬੀਬੀ ਗੁਲਾਬ ਕੌਰ ਤੇ ਉਸਦੇ ਘਰ ਵਾਲੇ ਨੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾ ਲਈ ਕਿ ਅਸੀਂ ਵਾਪਸ ਜਾਵਾਂਗੇ ਹਿੰਦੁਸਤਾਨ ਦੇ ਵਿੱਚ। ਪਰ ਜਦੋਂ ਤੁਰਨ ਦਾ ਵੇਲਾ ਆਇਆ ਤਾਂ ਬੀਬੀ ਗੁਲਾਬ ਕੌਰ ਦੇ ਘਰ ਵਾਲਾ ਮੁੱਕਰ ਗਿਆ। ਕਹਿੰਦਾ ਮੈਂ ਕਮਲਾ ਵਾਂ, ਮੈਂ ਨਹੀਂ ਵਾਪਸ ਹਿੰਦੁਸਤਾਨ ਜਾਣਾ, ਤੂੰ ਜਾਣਾ ਜਾ। ਬੀਬੀ ਗੁਲਾਬ ਕੌਰ ਨੇ ਆਪਣੀਆਂ ਦੋਵੇਂ ਹੱਥਾਂ ਦੀਆਂ ਚੂੜੀਆਂ ਲਾ ਕੇ ਘਰ ਵਾਲੇ ਦੇ ਮੂਹਰੇ ਧਰ ਦਿੱਤੀਆਂ। ਕਿਹਾ ਤੂੰ ਪਾ ਕੇ ਬੈਠ ਚੂੜੀਆਂ, ਮੈਂ ਲੜਾਂਗੀ ਹਿੰਦੁਸਤਾਨ ਦੇ ਵਿੱਚ ਜਾ ਕੇ ਅੰਗਰੇਜ਼ਾਂ ਦੇ ਖਿਲਾਫ। ਤੇ ਉਹ ਲੜੀ। ਤੇ ਅੱਗੇ ਸੁਣ, ਅੱਜ ਇਤਿਹਾਸ ਉਤੋਂ ਵੀ ਵੱਖਰਾ ਹੈ। ਅੱਜ ਬੀਬੀਆਂ ਗੁਲਾਬ ਕੌਰਾਂ ਦੇ ਘਰ ਵਾਲੇ ਮੁੱਕਰਦੇ ਨਹੀਂ ਹੋਏ, ਉਹ ਤਾਂ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਆਪਣੀਆਂ ਗੁਲਾਬ ਕੌਰਾਂ ਦੇ ਨਾਲ ਧਰਨੇ 'ਚ ਬੈਠੇ ਆ ਜਾ ਕੇ। ਇਹ ਇਤਿਹਾਸ ਨਾ ਉਹਨਾਂ ਨੂੰ ਸੁਣਾਓ ਜਾ ਕੇ ਜਿਨ੍ਹਾਂ ਨੂੰ ਨਹੀਂ ਪਤਾ। ਮੈਨੂੰ ਪਤਾ ਸਾਰਾ ਕੁਝ। ਤੂੰ ਜਾਨੀ ਆ ਨਾ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ? ਆਹੋ ਜਾਨੀ ਆ। ਤੇ ਫੇਰ ਖਿਦਰਾਣੇ ਦੀ ਢਾਬ ਦਾ ਇਤਿਹਾਸ ਤੈਨੂੰ ਪਤਾ ਹੀ ਹੋਊਗਾ। ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਬਿਦਾਵਾ ਦੇ ਕੇ ਵਾਪਸ ਆ ਗਏ ਸੀ ਤਾਂ ਮਾਈ ਭਾਗੋ ਨੇ ਲਲਕਾਰ ਕੇ ਕਿਹਾ ਸੀ, ਜੇ ਤੁਸੀਂ ਨਹੀਂ ਜਾਓਗੇ ਤਾਂ ਅਸੀਂ ਲੜਾਂਗੇ ਰਣਤੱਤੇ ਦੇ ਵਿੱਚ। ਤੇ ਉਹ ਲੜੀਆਂ ਸੀ। ਹੁਣ ਤੂੰ ਦੱਸ, ਮੇਰੇ ਨਾਲ ਸੰਘਰਸ਼ ਤੇ ਚੱਲਣਾ ਕਿ ਮੁੰਡੇ ਕੋਲ ਕੈਨੇਡਾ? ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕਰਦੀ ਹਾਂ।
ਨਾ ਗੱਲ ਸੁਣਿਓ, ਹਾਂ ਕੰਬਲਾਂ ਦਾ ਆਰਡਰ ਦੇਤਾ ਸੀ ਤੁਸੀਂ? ਹਾਂ ਹਾਂ, ਉਹ ਤਾਂ ਕੱਲ ਹੀ ਕਰਤਾ ਸੀ। ਹੋਰ ਕੁਝ ਚਾਹੀਦਾ ਤਾਂ ਦੱਸੋ। ਉਹ ਜੋੜਾਂ ਦੇ ਦਰਦ ਦੀ ਕਰੀਮ ਦਾ ਵੀ ਆਰਡਰ ਦੇਣਾ ਸੀ। ਤੇਰੇ ਜੋੜਾਂ ਨੂੰ ਕੀ ਹੋ ਗਿਆ? ਮੇਰੇ ਜੋੜਾਂ ਨੂੰ ਤਾਂ ਕੀ ਹੋਣਾ, ਉਹ ਤਾਂ ਹਰਿਆਣੇ ਵਾਲੀ ਬੀਬੀਆਂ ਦਾ ਫੋਨ ਆਇਆ ਸੀ, ਉਹਨਾਂ ਨੇ ਯਾਦ ਕਰਾਇਆ ਮੈਨੂੰ। ਅੱਛਾ ਕੋਈ ਨਹੀਂ, ਉਹ ਵੀ ਕਰ ਦਿੰਨੇ ਆ। ਲੱਗਦਾ ਹਰਿਆਣੇ ਵਾਲੀਆਂ ਬੀਬੀਆਂ ਨਾਲ ਖਾਸਾ ਪਿਆਰ ਪੈ ਗਿਆ ਤੇਰਾ। ਉਹ ਤਾਂ ਪੈਣਾ ਹੀ ਸੀ, ਬਹੁਤ ਚੰਗੇ ਸੁਭਾਅ ਦੀਆਂ ਨੇ, ਭੋਰਾ ਫਰਕ ਨਹੀਂ ਉਹਨਾਂ ਦੇ ਸੁਭਾਅ ਤੇ ਆਪਣੇ ਸੁਭਾਅ 'ਚ। ਹਾਂ, ਉਹ ਲੋਕ ਤੇ ਆਪਣੇ ਲੋਕ ਇੱਕੋ ਜਿਹੇ ਨੇ ਤੇ ਹੈ ਵੀ ਆਪਣੇ। ਮੈਂ ਇੱਕ ਗੱਲ ਹੋਰ ਸੋਚਦੀ ਸੀ, ਹਾਂ, ਆਪਣੇ ਦੀਪ ਦੇ ਰਿਸ਼ਤੇ ਦੀ ਗੱਲ ਕਰੀਏ ਉਹਨਾਂ ਨਾਲ। ਇਸ ਤੋਂ ਚੰਗੀ ਭਲਾ ਹੋਰ ਕਿਹੜੀ ਗੱਲ ਹੋ ਸਕਦੀ ਆ ਸਾਂਝ ਪੱਕੀ ਕਰਨ ਲਈ। ਪਰ ਇੱਕ ਗੱਲ ਆ, ਦੀਪ ਨੂੰ ਪਹਿਲਾਂ ਪੁੱਛ ਲਈ ਤੂੰ, ਉਹ ਤਾਂ ਮੈਂ ਪੁੱਛੂੰਗੀ। ਕਿਉਂਕਿ ਅੱਜ ਕੱਲ ਦੇ ਬੱਚੇ ਤੈਨੂੰ ਪਤਾ ਹੀ ਹੈ ਨਾ। ਕੋਈ ਨਾ, ਆਪਾਂ ਹੁਣ ਮੋਰਚੇ ਤੇ ਜਾਵਾਂਗੇ ਨਾ, ਉਹਨਾਂ ਨਾਲ ਗੱਲ ਕਰ ਲਈ। ਥੋੜੀ ਜੀ ਗੱਲ ਤਾਂ ਮੈਂ ਕਰਕੇ ਵੀ ਆਈ ਸੀ। ਅੱਛਾ ਸੁਭਾਅ ਤਾਂ ਮੈਨੂੰ ਪਹਿਲਾਂ ਹੀ ਬਹੁਤ ਵਧੀਆ ਅੱਛਾ। ਲੱਗਿਆ। ਹੁਣ ਜਦੋਂ ਮੋਰਚੇ ਤੇ ਜਾਵਾਂਗੇ ਘਰ-ਬਾਰ ਵੀ ਵੇਖ ਆਵਾਂਗੇ। ਚਲੋ ਠੀਕ ਹੈ, ਤੁਸੀਂ ਬ੍ਰੇਕਫਾਸਟ ਰੈਡੀ ਕਰ ਲਓ। ਮੈਂ ਬ੍ਰੇਕਫਾਸਟ ਕਰਕੇ ਨਾ ਸ਼ਹਿਰ ਜਾਣਾ, ਕੁਝ ਸਮਾਨ ਲਿਆਉਣਾ, ਤੇ ਜੇ ਤੁਹਾਨੂੰ ਵੀ ਕੁਝ ਚਾਹੀਦਾ ਹੋਇਆ ਯਾਦ ਆ ਗਿਆ ਤਾਂ ਫੋਨ ਕਰ ਦਿਓ, ਠੀਕ ਹੈ? ਹਾਂ, ਫੋਨ ਮੈਂ ਕਰ ਦੂੰਗੀ। ਬ੍ਰੇਕਫਾਸਟ ਬਣਾਉਣੀ ਆ ਤੁਹਾਡੇ ਲਈ। ਪ੍ਰਧਾਨ ਜੀ ਸਤਿ ਸ੍ਰੀ ਅਕਾਲ। ਓ ਜੈ ਸ਼੍ਰੀ ਰਾਮ। ਹੋਰ ਵੀ ਕੰਤੀ ਠੀਕ ਠਾਕ? ਜੀ ਦੇਖੋ ਕੰਤੀ, ਤੁਸੀਂ ਸਾਡੇ ਭਰਾ ਹੋ, ਅਸੀਂ ਤੁਹਾਨੂੰ ਤੁਹਾਡਾ ਬਣਦਾ ਹੱਕ ਦਿਵਾਉਣਾ। ਆਪਣਾ ਧਰਮ ਦੁਨੀਆ ਦਾ ਸਭ ਤੋਂ ਵਧੀਆ ਧਰਮ ਹੈ। ਉਹ ਤਾਂ ਠੀਕ ਆ ਜੀ, ਪਰ ਅੱਜ ਕਿਵੇਂ ਆਉਣੇ ਹੋਏ? ਸਾਡੀ NGO ਨੇ ਫੈਸਲਾ ਕੀਤਾ ਕਿ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਬਣਾਉਣੀਆਂ। ਉਹਦੇ ਲਈ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਆਪਾਂ ਲਾਵਾਂਗੇ, ਤੂੰ ਬੰਦੇ ਇਕੱਠੇ ਕਰ। ਬੰਦੇ ਤਾਂ ਇਕੱਠੇ ਕਰ ਲਾਂਗੇ ਜੀ, ਪਰ ਆ ਹੁਣ ਜਥੇਬੰਦੀਆਂ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਲੋਕਾਂ ਨੂੰ ਆਪਣੇ ਵੱਲ ਕਰਨ ਲਈ। ਜੱਥੇ ਬੰਦੀਆਂ ਨੇ ਕੁਛ ਨਹੀਂ ਕਰਨਾ ਓਏ। ਅਸੀਂ ਤਾਂ ਸੋਚਦੇ ਹਾਂ ਇਸ ਵਾਰ ਮੁੱਖ ਮੰਤਰੀ ਵੀ ਤੁਹਾਡੇ ਜਿਹੇ ਬਣਾਉਣਾ। ਉਹ ਤਾਂ ਤੁਹਾਡੀ ਗੱਲ ਠੀਕ ਆ ਜੀ, ਪਰ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਜੀ ਇਸ ਵਾਰ। ਗੱਲ ਨੂੰ ਸਮਝੋ। ਮਿਹਨਤ ਕਰਕੇ ਫਸਲਾਂ ਤੁਸੀਂ ਉਗਾਈਆਂ ਤੇ ਕੋਠੀਆਂ ਕਰਨ ਵਾਲੇ ਉਹ ਹੋ ਗਏ। ਤੁਹਾਡਾ ਤਾਂ ਰੋਟੀ ਦਾ ਔਖਾ ਹੋਇਆ ਤੇ ਤੁਸੀਂ ਉਹਨਾਂ ਨਾਲ ਧਰਨਿਆਂ ਤੇ ਜਾਈ ਜਾਂਦੇ ਹੋ। ਤੁਹਾਨੂੰ ਪਤਾ ਇਹਨਾਂ ਕਾਨੂੰਨਾਂ ਦਾ ਵਿਰੋਧ ਕਿਉਂ ਕਰ ਰਹੇ ਕਿਸਾਨ? ਕਿਉਂਕਿ ਇਹਨਾਂ ਦੀਆਂ ਜ਼ਮੀਨਾਂ ਲੈ ਕੇ ਤੁਹਾਨੂੰ ਦੇਣੀਆਂ ਨੇ ਸਰਕਾਰ ਨੇ। ਤੇ ਇਹੀ ਗੱਲ ਇਹਨਾਂ ਕਿਸਾਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਇਸੇ ਗੱਲ ਕਰਕੇ ਤਾਂ ਧਰਨੇ ਲਾ ਕੇ ਬੈਠੇ ਆ। ਤੁਸੀਂ ਗੱਲ ਨੂੰ ਸਮਝੋ। ਕਿਸਾਨਾਂ ਦਾ ਸਾਥ ਨਹੀਂ ਦੇਣਾ, ਧਰਨੇ ਤੇ ਨਹੀਂ ਜਾਣਾ। ਤੁਹਾਨੂੰ ਜੋ ਕੋਈ ਮਰਜ਼ੀ ਕਵੇ, ਸਿਆਣੇ ਬਣੋ ਸਿਆਣੇ। ਪਰਸੋਂ ਨੂੰ ਆ ਜੀ ਦਫ਼ਤਰ, ਜੋ ਚਾਹੀਦਾ ਉਹ ਲੈ ਜੀ। ਇੱਕ ਇੱਦਾਂ ਦਾ ਫੋਨ ਵੀ ਲਿਆਂਦਾ ਤੇਰੇ ਲਈ। ਸਮਝ ਗਿਆ? ਉਹ ਚਾਚਾ, ਮੈਂ ਤੈਨੂੰ ਘਰੇ ਦੇਖਣ ਗਿਆ ਸੀ। ਉਹ ਚਾਚੀ ਕਹਿੰਦੀ ਉਹ ਤਾਂ ਮਾਸਟਰ ਕੇ ਗਿਆ ਹੋਇਆ। ਮੈਂ ਕਿਹਾ ਚੱਲ ਮੈਂ ਰਾਹ 'ਚ ਹੀ ਮਿਲ ਲੂੰ। ਕੀ ਹੋ ਗਿਆ? ਉਹ ਚਾਚਾ ਹੋਣਾ ਕੀ ਆ, ਆਹੀ ਤਾਂ ਕੁਛ ਕਮਾਉਣ ਦਾ ਟਾਈਮ ਆ। ਮੈਂ ਕਿਹਾ ਚੱਲ ਆਪਣੇ ਲੋਕਾਂ ਦਾ ਨਾਲੇ ਭਲਾ ਹੋ ਜਾਊਗਾ। ਕਿਵੇਂ? ਪ੍ਰਧਾਨ ਆਇਆ ਸੀ ਸ਼ਹਿਰੋਂ। ਕਿਹੜਾ ਪ੍ਰਧਾਨ? ਗਊਸ਼ਾਲਾ ਵਾਲਾ। ਗਊਸ਼ਾਲਾ? ਓਏ ਉਹੀ ਜਿਹੜਾ ਗੋਹੇ ਦੇ ਫਾਇਦੇ ਦੱਸਦਾ ਫਿਰਦਾ ਹੁੰਦਾ, ਜਿਹੜਾ ਕਹਿੰਦਾ ਹੁੰਦਾ ਗਊ ਮੂਤ ਪੀਓ ਸਾਰੇ ਦੁੱਖ ਟੁੱਟ ਜਾਣਗੇ। ਵਾਹੋ ਆਹੋ ਉਹੀ। ਉਹ ਕਹਿੰਦਾ ਪਿੰਡ 'ਚ ਸਾਡੀ ਸ਼ਾਖਾ ਬਣਾਓ, ਰਾਸ਼ਨ ਪਾਣੀ ਪੈਸਾ ਧੇਲਾ ਜੋ ਚਾਹੀਦਾ ਸਭ ਕੁਝ ਦੇਣਗੇ। ਧਰਨਿਆਂ ਤੇ ਜਾਣਾ ਕਹਿੰਦੇ ਛੱਡੋ। ਓਏ ਕਾਂਤੀ, ਕਿਉਂ ਕਮਲੀਆਂ ਮਾਰਦਾ? ਇਹ ਸਾਡੇ ਕਦੋਂ ਤੋਂ ਸਕੇ ਹੋ ਗਏ? ਆਹ ਕਿਸਾਨੀ ਸੰਘਰਸ਼ ਤੋਂ ਪਹਿਲਾਂ ਕਿੱਥੇ ਸੀਗੇ ਇਹ? ਉਦੋਂ ਤਾਂ ਸਾਡੀ ਯਾਦ ਆਈ ਨਹੀਂ ਇਹਨਾਂ ਨੂੰ। ਹਜ਼ਾਰਾਂ ਸਾਲਾਂ ਤੋਂ ਸਾਡੇ ਨਾਲ ਇਹ ਧੱਕਾ ਕਰਦੇ ਆ ਰਹੇ ਆ ਤੇ ਹੁਣ ਇਹਨਾਂ ਨੂੰ ਸਾਡਾ ਭਲਾ ਸੁੱਝ ਗਿਆ। ਨਾਲੇ ਕਮਲਿਆ, ਜ਼ਿਮੀਂਦਾਰਾਂ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ। 9 ਮਾਸ ਦਾ ਰਿਸ਼ਤਾ? ਜਦੋਂ ਆਪਣੇ ਖਿਲਾਫ ਮਤੇ ਪਾਉਂਦੇ ਸੀ ਉਦੋਂ ਲਾਣਤਾਂ ਵੀ ਤਾਂ ਉਹਨਾਂ ਨੂੰ ਪਈਆਂ ਸੀ ਕਿ ਨਹੀਂ? ਸਵਾਦ ਤਾਂ ਹੁਣ ਆਊ ਜਦੋਂ ਡੱਬਾ ਚੱਕ ਕੇ ਨਾ ਬਰਾਬਰ ਦਿਹਾੜੀ ਕਰਨੀ ਪਈ। ਮੈਨੂੰ ਇੱਕ ਗੱਲ ਦੱਸ, ਇਹਨਾਂ ਕਾਨੂੰਨਾਂ ਦੇ ਨੁਕਸਾਨ ਜੇ ਕਿਸਾਨਾਂ ਨੂੰ ਆ ਨਾ,
ਤਾਂ ਆਪਾਂ ਨੂੰ ਵੀ ਬਰਾਬਰ ਹੈ। 8 ਤੋਂ 12 ਘੰਟੇ ਕੰਮ ਲੈਣ ਲੱਗੇ ਸੇਠ, ਓਨੇ ਹੀ ਪੈਸਿਆਂ 'ਚ। ਤੇ ਜੇ ਕੋਈ ਹੱਕ ਮੰਗਦਾ ਤਾਂ ਅਗਲੇ ਉਹ ਕੁੜੀ ਨੌਦੀਪ ਦੇ ਵਾਂਗੂ ਜੇਲ੍ਹ 'ਚ ਮਾਰਦੇ ਆ ਚੱਕ ਕੇ। ਆਟਾ ਹੀ ਇੰਨਾ ਮਹਿੰਗਾ ਕਰ ਦੇਣਾ ਅਗਲਿਆਂ ਨੇ, ਰੋਟੀ ਨੂੰ ਤਰਸਾਂਗੇ, ਭੁੱਖੇ ਮਰਾਂਗੇ ਭੁੱਖੇ। ਤੇ ਆ ਜਿਹੜੀ ਬਿਜਲੀ ਬਾਲਦੇ ਹੋ ਨਾ ਮੁਫਤ ਦੀ, ਇਹਦੇ ਵੀ ਬਿੱਲ ਪੁੱਤ ਆਏ ਸਮਝੋ। ਇਹ ਕਿਸਾਨਾਂ ਦਾ ਕੱਲਿਆਂ ਦਾ ਧਰਨਾ ਨਹੀਂ ਹੈ, ਆਪਣਾ ਸਾਰਿਆਂ ਦਾ ਸਾਂਝਾ ਧਰਨਾ ਹੈ। ਸਿਆਣਾ ਬਣ, ਕੱਲ ਤੋਂ ਮੇਰੇ ਨਾਲ ਚੱਲ, ਤਿਆਰ ਰਹੀਂ। ਸਵੇਰੇ ਤੈਨੂੰ ਮੈਂ ਲੈਣ ਆਊਂ, ਚੱਲੀ ਮੇਰੇ ਨਾਲ ਧਰਨੇ ਤੇ, ਸਮਝਿਆ? ਹੈਲੋ। ਸਤਿ ਸ਼੍ਰੀ ਅਕਾਲ ਭੈਣ ਜੀ, ਸੁਰਿੰਦਰ ਬੋਲਦੀ ਆ। ਹਾਂ ਸੁਰਿੰਦਰ, ਹੱਦ ਹੋ ਗਈ ਵੀ ਤੁਹਾਡੇ ਵਾਲੀ। ਕੀ ਹੋ ਗਿਆ ਭੈਣ ਜੀ? 15 ਦਿਨ ਹੋ ਗਏ ਤੁਹਾਨੂੰ ਕੈਨੇਡਾ ਤੋਂ ਆਏ ਹੋਏ ਤੇ ਹਾਲੇ ਤੱਕ ਤੁਹਾਡਾ ਥੋ ਪਤਾ ਨਹੀਂ। ਮੈਂ ਇੰਨੇ ਦਿਨਾਂ ਦੀ ਉਡੀਕੀ ਜਾਨੀ ਆ, ਕਿੱਥੇ ਸੀ ਤੁਸੀਂ ਇੰਨੇ ਦਿਨ? ਭੈਣ ਜੀ ਸਾਰਾ ਕੁਝ ਫੋਨ ਤੇ ਨਹੀਂ ਨਾ ਦੱਸ ਹੋਣਾ, ਆਪਾਂ ਮਿਲ ਕੇ ਗੱਲ ਕਰਦੇ ਆ। ਨਹੀਂ ਤੁਸੀਂ ਛੱਡੋ ਜੀ ਬਾਕੀ ਗੱਲਾਂ ਨੂੰ, ਤੁਸੀਂ ਮੈਨੂੰ ਇਹ ਦੱਸੋ ਵੀ ਮੇਰੇ ਕੋਲ ਕਦੋਂ ਆ ਰਹੇ ਹੋ? ਮੈਂ ਤਾਂ ਕਹਿੰਦੀ ਸੀ ਵੀ ਤੁਸੀਂ ਅੱਜ ਹੀ ਆ ਜਾਓ, ਅੱਜ ਸ਼ਾਮ ਨੂੰ ਆਪਾਂ ਡਿਨਰ ਇਕੱਠੇ ਹੀ ਕਰਦੇ ਆਂ। ਭੈਣ ਜੀ ਅੱਜ ਤਾਂ ਮੁਸ਼ਕਿਲ ਹੈ। ਨਹੀਂ ਮੈਨੂੰ ਨਹੀਂ ਪਤਾ, ਆਓ ਤੁਸੀਂ, ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਡਿਨਰ ਕਰਾਂਗੇ। ਸੁਣੋ ਤਾਂ ਭੈਣ ਜੀ, ਅੱਜ ਨਾ ਆਣਾ ਹੈ ਕਿਸੇ ਨੇ, ਨਹੀਂ ਤਾਂ ਪੱਕਾ ਆ ਜਾਂਦੇ। ਐਦਾਂ ਕਰਦੇ ਆ, ਮੈਂ ਕੱਲ ਨੂੰ ਆਉਂਗੀ। ਚੰਗਾ ਹੁਣ ਮੇਰੀ ਗੱਲ ਸੁਣ ਲਓ, ਕੱਲ ਨੂੰ ਨਹੀਂ ਕੋਈ ਬਹਾਨਾ ਲਾਉਣਾ, ਟਾਈਮ ਦੇ ਨਾਲ ਆ ਜਿਓ, 2 ਘੜੀ ਬੈਠ ਕੇ ਗੱਲਾਂ ਵੀ ਕਰਾਂਗੇ। ਨਾਲੇ ਭਾਈ ਮੈਨੂੰ ਆਪਣੀ ਪਸੰਦ ਦੱਸ ਦਿਓ ਵੀ ਕੀ ਹੈ, ਵੀਰ ਜੀਆਂ ਨੂੰ ਪੁੱਛ ਕੇ ਦੱਸ ਦਿਓ। ਹੁਣ ਭਾਈ ਤੁਹਾਡੀ ਬਾਹਰਲਿਆਂ ਦੀ ਪਸੰਦ ਵੀ ਤਾਂ ਬਦਲ ਜਾਂਦੀ ਹੈ। ਭੈਣ ਜੀ ਖਾਣ ਨੂੰ ਤਾਂ ਆਪਾਂ ਸਿੰਪਲ ਖਾਣਾ ਖਾ ਕੇ ਹੀ ਖੁਸ਼ ਆ, ਐਵੇਂ ਫਾਰਮੈਲਿਟੀ 'ਚ ਨਾ ਪਵੋ। ਚਲੋ ਠੀਕ ਹੈ, ਮੈਂ ਉਡੀਕੂੰਗੀ ਫਿਰ ਹੁਣ ਕੱਲ ਨੂੰ। ਠੀਕ ਹੈ ਜੀ, ਓਕੇ, ਬਾਏ ਬਾਏ ਬਾਏ। ਹਾਂ ਹਾਂਜੀ ਕਿੱਥੇ ਹੋ ਤੁਸੀਂ? ਧਰਨੇ ਤੇ, ਹੋਰ ਕਿੱਥੇ? ਮੈਂ ਨਾ ਅੱਜ ਓਂਕਾਰ ਵੀਰ ਜੀ ਤੇ ਸੁਰਿੰਦਰ ਭੈਣ ਜੀ ਨੂੰ ਡਿਨਰ ਤੇ ਬੁਲਾਇਆ। ਅੱਛਾ ਆ ਗਏ ਉਹ? ਹਾਂਜੀ ਆ ਗਏ। ਲੈ ਫੇਰ ਤਾਂ ਬਾਹਲੀ ਵਧੀਆ ਗੱਲ ਆ। ਉਹ ਕੋਈ ਨਾ, ਫਿਰ ਆਜੂ ਮੈਂ 5 ਵਜੇ। ਹੋਰ ਦੱਸ। ਬਸ ਇਹੀ ਹੈ ਕਿ ਟਾਈਮ ਤੇ ਆ ਜਿਓ। ਉਹ ਚੰਗਾ ਮੇਰੀ ਸਰਕਾਰ, ਚੰਗਾ ਟਾਈਮ ਸਿਰ ਹੀ ਆਊਂ। ਉਹ ਇੱਕ ਸਰਕਾਰ ਤਾਂ ਆਪਾਂ ਤੋਂ ਮੰਨਦੀ ਨਹੀਂ, ਆਹ ਵਾਲੀ ਸਰਕਾਰ ਆਪਾਂ ਕਾਹਤੋਂ ਰਸਾਉਣੀ ਆ। ਆਜੂ। ਓਕੇ। ਉਹ ਬੱਲੇ ਬੱਲੇ, ਕਿਵੇਂ ਹੋ ਮਾਸਟਰ ਜੀ? ਬਈ ਓਂਕਾਰ ਸਿੰਘ ਕਮਾਲਾਂ ਹੀ ਕਰਤੀਆਂ। ਏਦਾਂ ਹੀ ਆ। ਹੈਂ? ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਬੀ ਜੀ। ਆ ਜਾ ਓਂਕਾਰ ਸਿੰਘ, ਆਪਣੇ ਘਰ ਸਮਝ ਬੈਠ। ਭੈਣ ਜੀ ਕਿੱਥੇ ਨੇ? ਆ ਜਾਂਦੇ ਨੇ ਭੈਣ ਜੀ ਵੀ, ਇੱਥੇ ਹੀ ਨੇ, ਤੁਸੀਂ ਬੈਠੋ। ਆ ਗਈ ਭੈਣ ਜੀ ਵੀ। ਭੈਣ ਜੀ ਨੇ ਕਿੱਥੇ ਜਾਣਾ ਮੇਰੀਏ ਭੈਣੇ, ਮੈਂ ਤਾਂ ਆਪਣੀ ਕਰਮ ਭੂਮੀ 'ਚ ਬਿਜ਼ੀ ਹੋ ਗਈ ਸੀ। ਮੈਂ ਕਿਹਾ ਤੁਹਾਡੇ ਆਉਣ ਤੋਂ ਪਹਿਲਾਂ ਸਾਰਾ ਕੰਮ ਨਿਬੇੜ ਲਾਂ ਤਾਂ ਕਿ ਆਰਾਮ ਨਾਲ ਬੈਠ ਕੇ ਗੱਲਾਂ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਭਾਬੀ ਜੀ। ਯਾਰ ਸਾਡਾ ਤੰਗ ਤਾਂ ਨਹੀਂ ਕਰਦਾ ਤੁਹਾਨੂੰ? ਛੱਡੋ ਪਰੇ ਭਾਜੀ, ਤੰਗ ਇਹਨਾਂ ਨੇ ਕੀ ਕਰਨਾ, ਜੇ ਘਰੇ ਰਹਿਣਗੇ ਤਾਂ ਤੰਗ ਕਰਨਗੇ ਨਾ। ਓਂਕਾਰ ਸਿੰਘ ਬਈ ਜੂਨ ਤਾਂ ਮਾੜੀ ਹੋਈ ਆ, ਜੇ ਘਰੇ ਨਾ ਆਈਏ ਤਾਂ ਮਾੜੇ, ਹਾਂ ਜੇ ਘਰੇ ਆ ਜਾਈਏ ਤਾਂ ਘਰੋਂ ਜਾਂਦੇ ਨਹੀਂ ਤਾਂ ਮਾੜੇ। ਸਹੀ ਗੱਲ ਆ। ਤੁਸੀਂ ਇਹ ਦੱਸੋ, ਇਹਨਾਂ ਦੀ ਗੱਲਾਂ ਛੱਡੋ ਵੀ ਪਹਿਲਾਂ ਚਾਹ ਪੀਣੀ ਹੈ ਕਿ ਖਾਣਾ ਹੀ ਖਾਣਾ? ਨਹੀਂ ਚਾਹ ਪਾਣੀ ਕੁਝ ਨਹੀਂ ਲੈਣਾ, ਤੁਸੀਂ ਸਾਡੇ ਕੋਲ ਬੈਠੋ ਬਸ। ਵੈਸੇ ਵੀ ਅਸੀਂ ਖਾਣਾ ਲੇਟ ਹੀ ਖਾਂਦੇ ਆ। ਬਸ ਤੁਹਾਡਾ ਆਪਣਾ ਘਰ ਹੈ, ਜਦੋਂ ਤੁਹਾਡਾ ਜੀ ਕੀਤਾ ਬਸ ਉਦੋਂ ਹੀ ਦੱਸ ਦਿਓ, ਆਪਾਂ ਉਦੋਂ ਹੀ ਖਾਣਾ ਲਾ ਦਿੰਦੇ। ਜ਼ਰੂਰ ਜੀ। ਤੁਹਾਨੂੰ ਤਾਂ 15 ਦਿਨ ਹੋ ਗਏ ਆਇਆਂ ਨੂੰ, ਤੇ ਕਿੱਥੇ ਸੀ ਤੁਸੀਂ ਇੰਨੇ ਦਿਨ? ਦਰਅਸਲ ਭਾਬੀ ਜੀ 15-16 ਦਿਨ ਪਹਿਲਾਂ ਹੀ ਅਸੀਂ ਇੰਡੀਆ ਆ ਗਏ ਸੀ, ਪਰ ਜਹਾਜ਼ੋਂ ਉਤਰਦੇ ਹੀ ਅਸੀਂ ਦਿੱਲੀ ਧਰਨੇ 'ਚ ਸ਼ਾਮਲ ਹੋ ਗਏ। ਉੱਥੇ 15 ਦਿਨ ਰਹੇ, ਲੰਗਰ 'ਚ ਸੇਵਾ ਕੀਤੀ, ਆਗੂਆਂ ਦੇ ਵਿਚਾਰ ਸੁਣੇ। ਦਰਅਸਲ ਅਸੀਂ ਇਹ ਸੋਚ ਕੇ ਹੀ ਆਏ ਸੀ ਬਈ ਅਸੀਂ ਇੱਥੇ ਧਰਨੇ 'ਚ ਸ਼ਾਮਲ ਹੋਣਾ। ਓ ਵਾਹ ਅੱਛਾ। ਬਈ ਓਂਕਾਰ ਸਿੰਘ ਦਿਲ ਖੁਸ਼ ਕਰਤਾ ਯਾਰ, ਜਿਉਂਦਾ ਰਹਿ। ਉਹ ਯਾਰ ਇੱਕਦਮ ਅਚਾਨਕ ਇਹ ਫੈਸਲਾ ਲਿਆ ਕਿਵੇਂ ਤੂੰ? ਜਦੋਂ ਇੱਥੇ ਪੰਜਾਬ 'ਚ ਧਰਨੇ ਲੱਗਦੇ ਸੀ ਅਸੀਂ ਉੱਥੇ ਦੇਖਦੇ ਸੀ ਟੀਵੀ ਤੇ ਜਦੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਫੈਸਲਾ ਕੀਤਾ ਤਾਂ ਮਨ 'ਚ ਵਿਚਾਰ ਆਇਆ ਵੀ ਓਂਕਾਰ ਸਿਆਂ
ਇਸੇ ਜ਼ਮੀਨ ਦੀ ਬਦੌਲਤ ਅਸੀਂ ਕੈਨੇਡਾ ਵਾਲੇ ਹੋਏ ਆ ਤੇ ਮਿਹਨਤ ਕੀਤੀ ਆ ਖੇਤਾਂ 'ਚ, ਤੇ ਜ਼ਮੀਨ ਨੇ ਸਾਨੂੰ ਸਾਰਾ ਸੁੱਖ ਆਰਾਮ ਦਿੱਤਾ ਜਿਹੜਾ ਸੋਚਿਆ ਸੀ, ਤੇ ਫਿਰ ਰਹਿ ਨਹੀਂ ਹੋਇਆ। ਵਾਹ। ਇਹਨਾਂ ਨੇ ਤਦ ਹੀ ਮੈਨੂੰ ਕੋਲ ਬਿਠਾ ਕੇ ਨਾ ਮੇਰੀ ਰਾਏ ਮੰਗੀ। ਮੈਂ ਕਿਹਾ ਜੇ ਹੁਣ ਤੱਕ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜੀ ਆਂ ਤਾਂ ਹੁਣ ਕਿਵੇਂ ਪਿੱਛੇ ਹਟ ਸਕਦੀ ਆਂ। ਬਸ ਫਿਰ ਕੀ ਸੀ, ਚੱਕੇ ਬੈਗ ਤੇ ਪਹੁੰਚ ਕੇ ਧਰਨੇ ਤੇ। ਬਿਲਕੁਲ ਸਹੀ ਗੱਲ ਹੈ ਭਾਬੀ ਜੀ ਤੁਹਾਡੀ। ਨਾਲੇ ਯਾਰਾ, ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲੈ, ਅੱਜ ਤੱਕ ਕੋਈ ਵੀ ਜੰਗ ਔਰਤਾਂ ਤੋਂ ਬਿਨਾਂ ਜਿੱਤੀ ਨਹੀਂ ਗਈ ਹੈ, ਤੇ ਇਹ ਜੰਗ ਵੀ ਆਪਾਂ ਜਿੱਤਾਂਗੇ ਔਰਤਾਂ ਦੇ, ਮਜ਼ਦੂਰਾਂ ਦੇ ਸਹਿਯੋਗ ਨਾਲ। ਬਿਲਕੁਲ ਠੀਕ। ਗੱਲ ਸੁਣਿਓ, ਤੁਸੀਂ ਇੱਕ ਗੱਲ ਨੋਟ ਕੀਤੀ? ਕਿਹੜੀ? ਆਪਾਂ ਦਲਜੀਤ ਵੀਰ ਜੀ ਦੇ ਘਰ ਖਾਣੇ ਤੇ ਗਏ। ਕਿਸਾਨੀ ਸੰਘਰਸ਼ ਸੰਬੰਧੀ ਆਪਾਂ ਕਿੰਨੀਆਂ ਗੱਲਾਂ ਕੀਤੀਆਂ। ਵੀਰ ਜੀ ਤਾਂ ਹਰ ਗੱਲਬਾਤ 'ਚ ਸ਼ਾਮਿਲ ਰਹੇ, ਪਰ ਭੈਣ ਜੀ ਨੇ ਕੋਈ ਖਾਸ ਰਿਸਪੌਂਸ ਨਹੀਂ ਦਿੱਤਾ। ਸੁਰਿੰਦਰ, ਦਰਅਸਲ ਦਲਜੀਤ ਸ਼ੁਰੂ ਤੋਂ ਹੀ ਅਗਾਂਹ-ਵਧੂ ਸੋਚ ਦਾ ਮਾਲਕ ਰਿਹਾ, ਸਟੂਡੈਂਟ ਲਾਈਫ 'ਚ ਵੀ ਤੇ ਸਰਵਿਸ ਦੌਰਾਨ ਵੀ, ਤੇ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਘਰੇ ਟਿਕ ਕੇ ਨਹੀਂ ਬੈਠਿਆ। ਅੱਜ ਕੱਲ੍ਹ ਉਹ ਕਿਸਾਨਾਂ ਤੇ ਮਜ਼ਦੂਰਾਂ ਲਈ ਕੰਮ ਕਰ ਰਿਹਾ। ਤੇ ਭਾਬੀ ਜੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਸਧਾਰਨ ਔਰਤ ਹੀ ਰਹੇ, ਬਿਲਕੁਲ ਘਰੇਲੂ। ਹਾਂਜੀ ਪੁੱਤੂ, ਕੀ ਹਾਲ ਹੈ ਪੁੱਤ? ਹਾਂਜੀ ਮੰਮੀ, ਮੈਂ ਠੀਕ ਹਾਂ। ਤੁਸੀਂ ਆਪਣੇ ਬਾਰੇ ਦੱਸੋ। ਤੇ ਉਹ ਓਂਕਾਰ ਅੰਕਲ ਹੁਣੀ ਮਿਲ ਗਏ ਸੀ ਆ ਕੇ? ਹੋਈ ਉਹਨਾਂ ਨਾਲ ਗੱਲ? ਮੈਂ ਰਾਤ ਬੁਲਾਇਆ ਸੀ ਉਹਨਾਂ ਨੂੰ ਡਿਨਰ ਤੇ। ਅੱਛਾ। ਹਾਂ ਸੱਚ, ਉਹ ਸਮਾਨ ਵੀ ਦੇ ਕੇ ਗਏ ਨੇ ਤੇ ਨਾਲ $500 ਵੀ ਦੇ ਗਏ। ਪੈਸਿਆਂ ਦੀ ਪੁੱਤ ਕੀ ਲੋੜ ਸੀ? ਹਾਂ ਮੰਮੀ, ਉਹ $500 ਕਿਸਾਨ ਸੰਘਰਸ਼ ਲਈ ਭੇਜਿਆ ਮੈਂ। ਆਪਣੇ ਪਰਿਵਾਰ ਵੱਲੋਂ ਕਿਸੇ ਜਥੇਬੰਦੀ ਨੂੰ ਦੇ ਦਿਓ, ਸੇਵਾ ਲੱਗ ਜੂਗੀ। ਬਸ ਪੁੱਤ, ਤੇਰੀ ਉਹ ਕਮੀ ਸੀ, ਤੂੰ ਵੀ ਕਰ ਲੈ ਪੂਰੀ। ਤੁਰ ਪਿਆ ਪਾਪਾ ਦੇ ਨਕਸ਼ੇ ਕਦਮਾਂ ਤੇ। ਮਾਂ ਮੇਰੀਏ, ਬੰਦੇ ਦੀਆਂ ਦੋ ਮਾਵਾਂ ਹੁੰਦੀਆਂ ਨੇ, ਇੱਕ ਜਨਮ ਦੇਣ ਵਾਲੀ ਮਾਂ, ਇੱਕ ਧਰਤੀ ਮਾਂ। ਬੰਦਾ ਸਾਰੀ ਉਮਰ ਇਹਨਾਂ ਦਾ ਕਰਜ਼ ਨਹੀਂ ਅਦਾ ਕਰ ਸਕਦਾ। ਚਲੋ ਮੈਂ ਨਾ ਇੱਥੇ ਕਿਸਾਨ ਸੰਘਰਸ਼ ਤੇ ਆਇਆ, ਤੇ ਤੁਹਾਨੂੰ ਸ਼ਾਮ ਨੂੰ ਕਾਲ ਕਰੂੰਗਾ। ਕੀ ਪਤਾ ਜਦ ਤੱਕ ਪਾਪਾ ਵੀ ਘਰੇ ਆ ਜਾਣ। ਓਕੇ, ਟੇਕ ਕੇਅਰ। ਓਕੇ, ਸਤਿ ਸ਼੍ਰੀ ਅਕਾਲ। ਹਾਂ ਮੰਗੇ। ਸਤਿ ਸ੍ਰੀ ਅਕਾਲ ਬੀਬੀ। ਸਤਿ ਸ੍ਰੀ ਅਕਾਲ। ਦੱਸ। ਉਹ ਬੀਬੀ, ਸਪਰੇਅ ਵਾਲਾ ਕੰਮ ਮੈਂ ਨਿਬੇੜਤਾ ਜੀ, 2 ਕਿੱਲਿਆਂ ਦਾ ਕੰਮ ਨਿਬੜ ਗਿਆ ਜੀ। ਤੇ ਉਹ ਆਪਣੇ ਮਾਸਟਰ ਹੋਣੀ ਕਿੱਥੇ ਆ ਜੀ? ਕੰਮ ਸੀ। ਜਿਹੜਾ ਕੰਮ ਤੈਨੂੰ ਹੈ ਨਾ, ਮੈਨੂੰ ਪਤਾ। ਪੈਸੇ ਚਾਹੀਦੇ ਹੋਣੇ ਆ ਦਾਰੂ ਪੀਣ ਲਈ। ਨਾ ਬੀਬੀ ਨਾ, ਸੌ ਮਹਾਰਾਜ ਦੀ, ਮੈਨੂੰ ਤਾਂ 6 ਮਹੀਨੇ ਹੋ ਗਏ ਛੱਡੀ ਨੂੰ, ਮੈਂ ਕਦੋਂ ਪੀਣਾ? ਨਾ ਫਿਰ ਤੈਨੂੰ ਹੋਰ ਕਿਹੜਾ ਕੰਮ ਹੈ? ਮੈਨੂੰ ਦੱਸ ਦੇ ਜਿਹੜਾ ਕੰਮ ਹੈ ਤੈਨੂੰ। ਤੁਹਾਨੂੰ ਦੱਸ ਦਿੰਦਾ ਜੀ ਬੀਬੀ, ਸਪਰੇਅ ਵਾਲਾ ਕੰਮ ਨਿਬੜ ਗਿਆ ਜੀ, ਤੇ ਮੇਰਾ ਮੁੰਡਾ ਹੁਣ ਲਾਊਗਾ ਪਾਣੀ ਦੀ ਵਾਰੀ। ਤੇ ਮੈਂ ਤਾਂ ਜੀ ਹੁਣ ਤੁਹਾਨੂੰ 15-20 ਦਿਨ ਨਹੀਂ ਲੱਭਣਾ। ਤੂੰ ਕਿੱਥੇ ਚੱਲਿਆ? ਮੈਂ ਜਾਣਾ ਜੀ ਦਿੱਲੀ, ਧਰਨੇ ਤੇ। ਹੈਂ? ਪਿੱਛੋਂ ਕੰਮ ਕੌਣ ਸੰਭੂਗਾ? ਉਹ ਬੀਬੀ, ਜੇ ਖੇਤ ਹੀ ਨਾ ਬਚੇ, ਜ਼ਮੀਨਾਂ ਹੀ ਨਾ ਬਚੀਆਂ, ਤਾਂ ਕਿਹੜੇ ਕੰਮਾਂ ਦੀ ਗੱਲ ਕਰਦੇ ਹੋ? ਤੇਰਾ ਨਾ ਦਿਮਾਗ ਹਿੱਲ ਗਿਆ। ਤੂੰ ਵੀ ਤੁਰ ਪਿਆ ਨਾ ਮਾਸਟਰ ਦੀਆਂ ਲੀਹਾਂ ਤੇ। ਜਾ ਮਾਸਟਰ ਹੋ ਜਾ ਤੂੰ। ਉਹ ਬੀਬੀ, ਮੈਂ ਤਾਂ ਮਾਸਟਰ ਹੋਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ, ਦੇਖ ਲਈ ਤੂੰ। ਪਰ ਮਾਸਟਰ ਹੋਣੀ ਹੈ ਕਿੱਥੇ ਆ? ਕਿੱਥੇ ਹੋਣੇ ਆ? ਧਰਨੇ ਤੇ ਬੈਠੇ ਨੇ, ਟੋਲ ਪਲਾਜ਼ਾ ਗਏ ਹੋਏ ਨੇ। ਚੱਲ ਬੀਬੀ, ਮੈਂ ਤਾਂ ਉੱਥੇ ਜਾ ਕੇ ਮਿਲਦਾ ਉਹਨਾਂ ਨੂੰ, ਤੇ ਮੈਂ ਨਹੀਂ ਹੋਣਾ ਉਹਦਾ 15-20 ਦਿਨ। ਦਫਾ ਹੋ। ਜਿਹਨੂੰ ਕਹੋ ਧਰਨਾ ਧਰਨਾ ਧਰਨਾ, ਬਸ ਇੱਕੋ ਹੀ ਕੰਮ। ਹਾਂ। ਹਲੋ ਜੀ। ਹਾਂ ਲਿਆ। ਭਲਾ ਇਹ ਮਾਤਾ ਇਸ ਉਮਰ 'ਚ ਧਰਨੇ 'ਚ ਕੀ ਕਰਦੀ ਹੈ? ਇਸ ਔਰਤ ਕੋਲੇ ਜ਼ਮੀਨ ਨਾ ਮਾਤਰ ਹੈ। ਪਤੀ ਤੇ ਪੁੱਤ ਮੁੱਕ ਗਏ, ਬਸ ਲੰਬੇ ਸਮੇਂ ਤੋਂ ਧਰਨੇ ਤੇ ਜਾਂਦੀ ਹੈ ਝੰਡਾ ਚੁੱਕ ਕੇ। ਇਹਨੂੰ ਸਮਝ ਆ ਗਈ ਹੈ, ਤਾਂ ਹੀ ਤਾਂ ਧਰਨੇ ਤੇ ਸੰਘਰਸ਼ਾਂ 'ਚ ਯੋਗਦਾਨ ਪਾਉਂਦੀ ਹੈ। ਯੋਗਦਾਨ? ਤੁਰਿਆ ਤੋਂ ਜਾਂਦਾ ਨਹੀਂ, ਯੋਗਦਾਨ ਇਹਨੇ ਕੀ ਪਾਉਣਾ? ਬਲਜੀਤ, ਧਰਨਿਆਂ 'ਚ ਯੋਗਦਾਨ ਪਾਉਣ ਲਈ ਸਰੀਰਾਂ ਦੀ ਲੋੜ ਨਹੀਂ ਹੁੰਦੀ, ਹੌਸਲੇ ਦੀ ਲੋੜ ਹੁੰਦੀ ਹੈ। ਦੇਖ ਤਾਂ ਸਹੀ, ਮਾਈ 'ਚ ਹੌਸਲਾ ਕਿੰਨਾ ਹੈ। ਇਹਨੂੰ ਦੇਖ ਕੇ ਕਿੰਨੇ ਲੋਕ ਸੋਚਦੇ ਹੋਣਗੇ ਵੀ ਜੇ ਇਸ ਉਮਰ 'ਚ ਧਰਨੇ 'ਚ ਜਾ ਸਕਦੀ ਹੈ ਤਾਂ ਅਸੀਂ ਚੰਗੇ ਭਲੇ ਹੋ ਕੇ ਕਿਉਂ ਨਹੀਂ ਜਾ ਸਕਦੇ ਭਲਾ? ਦੇਖ ਤਾਂ ਸਹੀ। ਇਹ ਤਾਂ ਬੜਾ ਦੁਖੀ ਹੁੰਦੀ ਹੋਣੀ ਹੈ ਉੱਥੇ। ਇਹ ਤਾਂ ਇਹਦੀ ਨਾਮ ਜਪਣ ਦੀ ਉਮਰ ਹੈ। ਗੁਰੂ ਘਰ ਤਾਂ ਤੂੰ ਵੀ ਜਾਨੀ ਆ।
ਤੇ ਬਾਬੇ ਨਾਨਕ ਦੀ ਸਭ ਤੋਂ ਵੱਡੀ ਸਿੱਖਿਆ ਭਲਾ ਕੀ ਹੈ ਪਤਾ ਹੈ ਤੈਨੂੰ? ਪਤਾ ਹੈ ਮੈਨੂੰ। ਹੂੰ। ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਹਾਂ, ਜੇ ਕਿਰਤ ਕਰਨਾ ਜ਼ਰੂਰੀ ਹੈ ਨਾ ਤਾਂ ਫਿਰ ਕਿਰਤ ਦੀ ਰਾਖੀ ਕਰਨਾ ਵੀ ਜ਼ਰੂਰੀ ਹੈ। ਸਮਝ ਲੱਗੀ? ਹਾਂ ਬਲਜੀਤ, ਦਿੱਲੀ ਨੂੰ ਆ ਰਹੀ ਸੀ, ਸੋਚਿਆ ਮਿਲ ਜਾ ਤੁਹਾਨੂੰ ਜਾਂਦੀ ਜਾਂਦੀ। ਉਹ ਹਾਂ ਸੱਚ, ਤੇਰੀ ਤਾਂ ਅੱਜ ਫਲਾਈਟ ਸੀਗੀ। ਚੱਲ ਕੋਈ ਨਾ, ਫਿਰ ਤੂੰ ਐਂ ਕਰ, ਤੂੰ ਇੱਧਰ ਭੀੜ 'ਚ ਕਿੱਧਰ ਆਉਂਦੀ ਫਿਰੇਂਗੀ? ਤੈਨੂੰ ਨਹੀਂ ਪਤਾ ਲੱਗਣਾ। ਤੂੰ ਐਂ ਕਰ, ਬਾਹਰ ਜਿਹੜਾ ਟੋਲ ਪਲਾਜ਼ਾ ਨਾ ਉਹਦੇ ਤੇ ਰੁਕ, ਮੈਂ ਆਉਣਾ ਉੱਥੇ ਹੀ, ਠੀਕ ਹੈ? ਚੱਲ ਓਕੇ, ਆਉਣਾ ਮੈਂ। ਕਦੇ ਚਿੱਤ ਨਾ ਡੁਲਾਈ ਸ਼ੇਰ ਦੁੱਲਿਆ, ਤੇਰਾ ਜਾਣਾ ਨੀ ਜਾਈ ਖੂਨ ਡੁੱਲਿਆ। ਕਦੇ ਚਿੱਤ ਨਾ ਡੁਲਾਈ ਸ਼ੇਰ ਦੁੱਲਿਆ, ਤੇਰਾ ਜਾਣਾ ਨੀ ਜਾਈ ਖੂਨ ਡੁੱਲਿਆ। ਆ ਗਈਆਂ ਟਰੈਕਟਰਾਂ ਤੇ ਚੜ ਕੇ, ਸਾਨੂੰ ਕਦੇ ਇਤਿਹਾਸ ਨਹੀਂ ਓ ਭੁੱਲਿਆ। ਆ ਗਈਆਂ ਟਰੈਕਟਰਾਂ ਤੇ ਚੜ ਕੇ, ਸਾਨੂੰ ਕਦੇ ਇਤਿਹਾਸ ਨਹੀਂ ਓ ਭੁੱਲਿਆ। ਹਾਂਜੀ, ਤੁਸੀਂ ਕੀ ਸੋਚਿਆ ਸੀ ਵੀ ਮੈਂ ਸਾਰਾ ਕੁਝ ਛੱਡ ਕੇ ਕੈਨੇਡਾ ਵਗ ਜਾਊਂਗੀ? ਜੇ ਮੰਗੇ ਵਰਗੇ ਬੇਜ਼ਮੀਨੇ ਮਜ਼ਦੂਰ ਧਰਨੇ 'ਚ ਸ਼ਾਮਲ ਹੋ ਸਕਦੇ ਨੇ ਤੇ ਆ ਓਂਕਾਰ ਵੀਰ ਜੀ ਤੇ ਸੁਰਿੰਦਰ ਭੈਣ ਜੀ ਕੈਨੇਡਾ ਦਾ ਸਾਰਾ ਐਸ਼ੋ ਆਰਾਮ ਛੱਡ ਕੇ ਇੱਥੇ ਆ ਸਕਦੇ ਨੇ, ਤੇ ਆ ਮੇਰੇ ਵੀਰ ਜਿਨ੍ਹਾਂ ਕੋਲ ਜ਼ਮੀਨ ਦਾ ਵਿੱਗਾ ਵੀ ਹੈ ਨਹੀਂ, ਉਹ ਸਾਰੇ ਇਸ ਧਰਨੇ 'ਚ ਆ ਸਕਦੇ ਨੇ, ਤੇ ਮੈਂ ਜ਼ਮੀਨਾਂ ਦੀ ਮਾਲਕ, ਕਿਸਾਨ ਦੀ ਬੇਟੀ, ਤੁਸੀਂ ਕਿਵੇਂ ਸੋਚ ਲਿਆ ਵੀ ਮੈਂ ਘਰ ਬੈਠੀ ਰਹੂੰਗੀ? ਇਹ ਨਹੀਂ ਸੀ ਹੋਣਾ, ਮੈਂ ਤਾਂ ਆਉਣਾ ਹੀ ਆਉਣਾ ਸੀ। ਮੈਂ ਕੈਨੇਡਾ ਕਿਵੇਂ ਚਲੀ ਜਾਂਦੀ? ਚਲੋ ਵੀ ਵੀਰੋ, ਜਿੱਥੇ ਧੀਆਂ ਭੈਣਾਂ ਨਾਲ ਜਾਣਾ, ਉਹ ਸੰਘਰਸ਼ ਕਦੇ ਫੇਲ ਨਹੀਂ ਹੁੰਦੇ। ਮੈਂ ਹਮੇਸ਼ਾ ਤੁਹਾਡੇ ਨਾਲ ਆ, ਮੋਢੇ ਨਾਲ ਮੋਢਾ ਜੋੜ ਕੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਨਾ, ਸੀਸ ਰੱਖ ਕੇ ਤਲੀ ਤੇ ਮੈਂ ਵੀ ਲੜਨਾ। ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਨਾ, ਸੀਸ ਰੱਖ ਕੇ ਤਲੀ ਤੇ ਮੈਂ ਵੀ ਲੜਨਾ। ਏਕੇ ਨਾਲ ਲੋਕਾਂ ਜਿੱਥੇ ਲੜੇ ਸੰਗਰਾਮ, ਏਕੇ ਨਾਲ ਲੋਕਾਂ ਜਿੱਥੇ ਲੜੇ ਸੰਗਰਾਮ, ਝੰਡਾ ਜਿੱਤ ਵਾਲਾ ਸਦਾ ਉੱਥੇ ਝੁੱਲਿਆ। ਆ ਗਈਆਂ ਟਰੈਕਟਰਾਂ ਤੇ